बिस्मिल्लाहिर्रहमानिर्रहीम अस्सलाम वालेकुम। माशाल्लाह माशाल्लाह आ वेखो हुण तुसी बिरयानी फिर कहते अपने मूँह चो आप ही तारीफ करते हैं। अज मैं उन्होंने लिए बिरयानी लैके आई हाँ जड़ियाँ नवियां नवियां बच्चियां कुकिंग सिखदियां आ और जिन्होंने बच्चियां दी नवियां नवियां शादियां हुई जिन्होंने बिरयानी सोहनी जी नहीं बनाने आती वो इस वीडियो नूं तो सेव करके रख लैन ईद ते बनाउण किसी भी मौके ते बनाउण। लेकिन इदां दी बिरयानी इन्नी आसान, कोई इहदे विच इन्ने मसाले नहीं, कोई इहदे विच इन्ना फलां चीज़ पा लो टमकां चीज़ पा लो, कोई इदां दी चीज़ नहीं। बहुत सोहनी बिरयानी बन के तैयार होंदी है ते इन्ने आसान तरीके नाल मैं अज तुहानूं बिरयानी बनाना सिखाऊंगी। फिर तुसीं कहंदे आ कि तारीफ अपने मूँह नाल, तारीफ तां अल्लाह दी आ। बस आंदे अज आप अपनी बिरयानी लिए बहुत मज़ेदार आप असली मकसद ते आंदे आ। प्याज हर किसी ने कट्टने होंदे, जूलीयन कट लंबे लंबे कट होंदे आ। उन प्याज नूं कट के 1 किलो दी अज मैं बिरयानी बनाऊंगी और ऑयल पा लिया सरों दे ऑयल दे विच मैं हमेशा बिरयानी बनाउंदी है, बड़ी तिखी टेस्टी बनदी है। उन मैं पा लिया 1 कप भर के तेल दा, ओहदे विच प्याज नूं ब्राउन कीता। ब्राउन भी तुहाडे सामने देखो इन्ने हो गए आ। बहुत लंबी वीडियो हो जाती है वरना तुहानूं सारे इन डिटेल नाल दस दिंदी, लेकिन मेरा मकसद है तुहानूं बिरयानी समझाना कि किस तरह चंगी जी बिरयानी सोहनी जी बिरयानी बना के तैयार करिए। ਇਹਦੇ ਵਿੱਚ ਪਾ ਦਿੱਤਾ मैं अदरक लहसुन और हरी मिर्च ਦਾ पेस्ट। ਉਹਨੂੰ ਚੰਗੀ ਤਰ੍ਹਾਂ ਫਰਾਈ ਕਰ ਲਾਂਗੇ। ਉਹਦੀ ਜਦੋਂ ਸੋਹਣੀ ਜੀ ਖੁਸ਼ਬੂ ਆਉਣ ਲੱਗ ਜਵੇ ਵਿੱਚ ਪਾ ਦਾਂਗੇ ਗੋਸ਼ਤ ਵੀ ਮੈਂ ਕਿਲੋ ਹੀ ਲਿਆਇਆ ਤਾਂ ਉਹ ਵੀ ਕੋਈ ਖਾਸ ਲੈਗ ਪੀਸ ਨਹੀਂ ਹੋ, ਕੋਈ ਇਦਾਂ ਦੀ ਨਹੀਂ ਹੋ, ਤਾਂ ਆਮ ਜਿਹੜਾ ਹੁੰਦਾ ਆ ਵਿੱਚੋਂ ਸੂਪ ਬੋਟੀਆਂ ਕੱਢੀਆਂ ਹੋਈਆਂ ਵਾ ਉਹਦੇ ਵਿੱਚੋਂ ਫਿਰ ਕਈ ਦਫਾ ਕਰ ਲਈਦਾ ਹੁੰਦਾ, ਬਹੁਤ ਕੁਝ ਬਣਾ ਲਈਦਾ ਹੁੰਦਾ ਰੋਜ਼ਿਆਂ ਦੇ ਦਿਨ। ਅਸਾਂ ਦੇ ਵਿੱਚ ਪਾ ਦਾਂਗੇ ਗੋਸ਼ਤ ਨੂੰ ਬਹੁਤ ਚੰਗੀ ਤਰ੍ਹਾਂ ਭੁੰਨਣਾ ਵਾ, ਇਹਦਾ ਕੱਚਾਪਨ ਜਿਹੜਾ ਦੂਰ ਹੋ ਜਵੇ। ਜੇ ਮੈਂ ਇਸ ਸਟੈਪ ਤੇ ਕੋਈ ਚੀਜ਼ ਨਹੀਂ ਇਹਦੇ ਵਿੱਚ ਪਾਈ ਹੈਗੀ ਕਿ ਉਹ ਪਾ ਦੇਵਾਂ ਜਾਂ ਉਹ ਪਾ ਦੇਵਾਂ। प्याज और अदरक लहसुन हरिया मिर्चां और गोश्त ਇਹਨੂੰ ਚੰਗੀ ਤਰ੍ਹਾਂ ਭੁੰਨਦੇ ਰਹਿਣਾ ਵਾ। ਭੁੰਨ ਕੇ ਦੇਖਣਾ ਵਾ ਇਹਦਾ ਆਇਲ ਬਿਲਕੁਲ ਸੈਪਰੇਟ ਹੋ ਗਿਆ ਆ ਔਰ ਗੋਸ਼ਤ ਦਾ ਪਾਣੀ ਵੀ ਖੁਸ਼ਕ ਹੋ ਗਿਆ, ਕਿਉਂਕਿ ਗੋਸ਼ਤ ਜਦੋਂ ਪਾਉਂਦੇ ਆ ਪਾਣੀ ਕਾਫੀ ਛੱਡ ਦਿੰਦਾ ਹੈ। ਅਫਤਾਰੀ ਦੇ ਵਿੱਚ ਰੋਜ਼ ਸਮੋਸੇ ਪਕੌੜੇ ਖਾ ਖਾ ਕੇ ਬੰਦਾ ਇਦਾਂ ਬਿਮਾਰ ਜਿਹਾ ਹੀ ਹੋ ਜਾਂਦਾ ਕਿ ਮੈਂ ਸੋਚਿਆ ਕਿ ਅੱਜ ਬਿਰਯਾਨੀ ਬਣਾ ਲਈਏ। ਬੱਚਿਆਂ ਦੀ ਵੀ ਫਰਮਾਇਸ਼ ਸੀ ਕਿ ਅੰਮੀ ਬਿਰਯਾਨੀ ਬਣਾ, ਤਾਂ ਮੈਂ ਅੱਜ ਬਿਰਯਾਨੀ ਬਣਾਉਣ ਲੱਗੀ। ਫਿਰ ਇਹਦੇ ਵਿੱਚ ਪਾ ਦਾਂਗੇ ਆਪਾਂ ਵਿੱਚ ਕੁੱਟੀ ਮਿਰਚ ਤਕਰੀਬਨ 1 ਭਰ ਕੇ ਚਮਚੀ ਪਾਈ ਹੈ। ਇਹਦਾ ਸਵਾਦ ਬਹੁਤ ਸੋਹਣਾ ਆਉਂਦਾ ਆ। ਉਹਦੇ ਵਿੱਚ ਪਾ ਦਾਂਗੇ 1 ਭਰ ਕੇ ਚਮਚ ਖਾਣੇ ਵਾਲਾ ਜ਼ੀਰੇ ਦਾ ਔਰ ਫਿਰ ਇਹਦੇ ਵਿੱਚ ਪਾ ਦੇਵਾਂਗੇ 2 ਚਮਚ ਜਿਹੜੇ ਖਾਣੇ ਵਾਲੇ ਆ ਮੈਂ ਨਮਕ ਦੇ ਪਾ ਦਿੱਤੇ ਆ। ਫਿਰ ਉਹਦੇ ਵਿੱਚ ਪਾ ਦਾਂਗੇ ਖੜੇ ਮਸਾਲੇ, ਤੇਜ਼ ਪਾਤਾ, ਥੋੜੇ ਜਿਹੇ ਲੌਂਗ, ਦਾਰਚੀਨੀ ਆ ਔਰ ਪੁਲਾਓ ਜ਼ੀਰੀ ਥੋੜੀ ਜਿਹੀ, ਹਰੀਆਂ ਮਿਰਚਾਂ ਸੀ। ਹੁਣ ਪਾ ਦਾਂਗੇ ਬਿਰਯਾਨੀ ਕਿਸੇ ਵੀ ਬ੍ਰਾਂਡ ਦਾ ਤੁਸੀਂ ਬਿਰਯਾਨੀ ਮਸਾਲਾ ਲਓ, ਨਹੀਂ ਤਾਂ ਘਰ ਹੀ ਬਣਾ ਲਓ। ਘਰ ਕੀ ਬਣਾਉਣਾ, ਪੈਕਟ ਮਿਲਦੇ ਬਥੇਰੇ ਬਿਰਯਾਨੀ ਦੇ, ਤਾਂ ਉਹਦਾ ਪਾ ਦਿਓ। ਉਹ ਤਕਰੀਬਨ ਮੈਂ 1 ਪੈਕਟ ਜਿਹੜਾ ਛੋਟਾ ਹੁੰਦਾ ਆ ਉਹਦੇ ਵਿੱਚ ਥੋੜਾ ਜਿਹਾ ਬਚਾਇਆ ਵਾ, ਬਾਕੀ ਸਾਰਾ ਮੈਂ ਪਾ ਦਿੱਤਾ ਵਿੱਚ। ਉਹ ਥੋੜਾ ਜਿਹਾ ਪਾਣੀ ਦਾ ਛਿੱਟਾ ਦੇਣਾ ਵਾ ਤਾਂ ਕਿ ਮਸਾਲੇ ਆਪਣੇ ਸੜ ਨਾ ਜਾਣ। ਜਲਿਆਂ ਦੀ ਖੁਸ਼ਬੂ ਆਉਂਦੀ ਆ ਔਰ ਬਿਰਯਾਨੀ ਦਾ ਟੇਸਟ ਵੀ ਨਹੀਂ ਆਉਂਦਾ। ਤਾਂ ਫਿਰ ਇਹਦੇ ਵਿੱਚ ਪਾ ਦਾਂਗੇ ਆਪਾਂ ਦਹੀਂ ਨੂੰ ਚੰਗੀ ਤਰ੍ਹਾਂ ਫੈਂਟ ਕੇ, ਤਕਰੀਬਨ 1 ਪਿਆਲੀ ਹੋਣੀ ਆ ਭਰ ਕੇ ਉਹ ਮੈਂ ਪਾ ਦਿੱਤੀ ਹੈ। ਬੜਾ ਸਵਾਦ ਹੁੰਦਾ, ਥੋੜਾ ਖੱਟਾ ਖੱਟਾ ਆਪਾਂ ਰੱਖਾਂਗੇ ਬਿਰਯਾਨੀ ਦਾ ਵਿੱਚ ਟੇਸਟ ਨਾ, ਤਾਂ ਇਹਦੇ ਵਿੱਚ ਬਿਰਯਾਨੀ ਬੜੀ ਸੋਹਣੀ, ਫਿਰ ਚਾਵਲ ਬੜੇ ਖਿਲੇ ਬਣਦੇ ਆ। ਇਹ ਬਿਰਯਾਨੀ ਦਾ ਅਸਲ ਰਾਜ ਆ। ਮਿੱਠੀ ਨਾ ਕਰਿਆ ਕਰੋ ਇਹਨੂੰ, ਥੋੜੀ ਜਿਹੀ ਤਿੱਖੀ ਸਪਾਈਸੀ ਜੀ ਕਰ ਲਿਆ ਕਰੋ। ਔਰ ਇਹਦੇ ਵਿੱਚ ਮੈਂ ਥੋੜਾ ਜਿਹਾ ਹੁਣ ਪਾਣੀ ਪਾ ਕੇ ਰੱਖ ਦੂੰਗੀ ਤਾਂ ਕਿ ਗੋਸ਼ਤ ਵਿੱਚ ਜਿਹੜੀ ਰਹੀ ਹੋਈ ਕਸਰ ਆ ਪੱਕ ਜਾਵੇ, ਕਿਉਂਕਿ ਫਰੀਜ਼ ਗੋਸ਼ਤ ਸੀਗਾ ਔਰ ਫਰੈਸ਼ ਗੋਸ਼ਤ ਹੁੰਦਾ ਤਾਂ ਫਿਰ ਮੈਂ ਇਹ ਵੀ ਨਹੀਂ ਰੱਖਣਾ ਸੀ। ਫਰੀਜ਼ ਗੋਸ਼ਤ ਥੋੜਾ ਜਿਹਾ ਚੀੜਾ ਜਿਹਾ ਹੋ ਜਾਂਦਾ ਹੈ। ਦੇਖੋ ਹੁਣ ਮੈਂ ਇਹਦਾ ਢੱਕਣ ਲਾ ਕੇ ਇਹਦੇ ਵਿੱਚ ਪਾ ਦਾਂਗੇ ਸੁੱਕਾ ਧਨੀਆ ਪੀਸਿਆ ਹੋਇਆ। ਮੈਂ ਪਹਿਲੇ ਵੀ ਪਾਣਾ ਸੀਗਾ ਲੇਕਿਨ ਇਹ ਬਾਅਦ ਚ ਥੋੜਾ ਇਹਦਾ ਟੇਸਟ ਸੋਹਣਾ ਹੁੰਦਾ ਆ। ਹੁਣ ਪਾ ਦਾਂਗੇ ਇਹਦੇ ਵਿੱਚ 2 ਚਮਚੀਆਂ ਸੁਕਾਈਆਂ ਹੋਈਆਂ ਖੁਸ਼ਕ ਜਿਹੜਾ ਪੁਦੀਨਾ ਆ। ਪੁਦੀਨੇ ਦੀ ਖੁਸ਼ਬੂ ਤਾਂ ਬਿਰਯਾਨੀ ਪੁਦੀਨੇ ਤੋਂ ਬਗੈਰ ਬਣਦੀ ਨਹੀਂ। ਮੇਰੇ ਖਿਆਲ ਬਹੁਤ ਲੋਕ ਆ ਪਸੰਦ ਨਹੀਂ ਕਰਦੇ ਪੁਦੀਨੇ ਨੂੰ, ਲੇਕਿਨ ਮੈਂ ਕਹਿੰਦੀ ਬਿਰਯਾਨੀ ਬਣਦੀ ਪੁਦੀਨੇ ਦੇ ਨਾਲ। ਫਿਰ ਵਿੱਚ ਪਾ ਦਾਂਗੇ ਹੁਣ ਟਮਾਟਰ ਵੱਡੇ ਕਿਊਬ ਕੱਟੇ ਹੋਏ ਆ ਔਰ ਮੈਂ ਤਕਰੀਬਨ ਆਖਰ ਦੇ ਵਿੱਚ ਹੀ ਪਾਏ ਆ ਤਾਂ ਕਿ ਜਦੋਂ ਪਿਆਜ਼ ਆਪਣੀ ਬਿਰਯਾਨੀ ਬਣ ਕੇ ਤਿਆਰ ਹੋਵੇ ਤੇ ਇਹਦੇ ਵਿੱਚ ਥੋੜੇ ਆਪਣੇ ਨਾ ਟਮਾਟਰ ਹੋਣੇ ਚਾਹੀਦੇ ਆ। ਇਹਦੇ ਨਾਲ ਖੂਬਸੂਰਤੀ ਆਉਂਦੀ ਆ ਔਰ ਟੇਸਟ ਵੀ ਬੜਾ ਸੋਹਣਾ ਹੁੰਦਾ। ਬਿਲਕੁਲ ਮਲੈਦਾ ਨਹੀਂ ਬਣਾ ਲੈਣਾ। ਦੇਖੋ ਹੁਣ ਇਸ ਸਟੇਜ ਤੇ ਆ। ਹੁਣ ਮੈਂ ਥੋੜਾ ਜਿਹਾ ਇਹਨੂੰ ਭੁੰਨ ਲੈਣਾ ਵਾ, ਭੁੰਨ ਕੇ ਥੋੜਾ ਜਿਹਾ ਤਾਂ ਕਿ ਇਹਦਾ ਜਿਹੜਾ ਬਹੁਤਾ ਗ੍ਰੇਵੀ ਜਿਹਾ ਆ ਉਹ ਥੋੜਾ ਜਿਹਾ ਘੱਟ ਹੋ ਜਾਵੇ ਔਰ ਟਮਾਟਰ ਵੀ ਥੋੜੇ ਜਿਹੇ ਨਾ ਪੱਕ ਜਾਣ। ਇਹਦੇ ਵਿੱਚ ਪਾ ਦਾਂਗੇ ਆਲੂ ਬੁਖਾਰੇ 10-12 ਮੈਂ ਆਲੂ ਬੁਖਾਰੇ ਥੋੜੇ ਜਿਹੇ ਭਿਓ ਕੇ ਰੱਖੇ ਸੀਗੇ ਉਹ ਵਿੱਚ ਪਾ ਦਿੱਤੇ। ਔਰ ਵਿੱਚ ਆਪਾਂ ਹਰੀਆਂ ਮਿਰਚਾਂ ਸਲਾਈਸ 'ਚ ਕੱਟੀਆਂ ਹੋਈਆਂ, ਜੂਲੀਅਨ ਕੱਟ ਕੀਤੀਆਂ ਹੋਈਆਂ 5-6 ਉਹ ਜਿਹੜੀਆਂ ਪਾ ਦਾਂਗੇ। ਇਹਦਾ ਵੀ ਟੇਸਟ ਬੜਾ ਸੋਹਣਾ ਆਉਂਦਾ ਵਾ। ਇਹ ਮੈਂ ਪਾਏ ਆ ਟਮਾਟਰ, ਆਲੂ ਬੁਖਾਰਾ ਔਰ ਹਰੀਆਂ ਮਿਰਚਾਂ ਥੋੜੀ ਜਿਹੀ ਦੇਰ ਨਾਲ ਪਾਏ ਆ ਤਾਂ ਕਿ ਇਹ ਬਹੁਤੀਆਂ ਘੁਲ ਮਿਲ ਨਾ ਜਾਣ। ਆਪਾਂ ਇਹਨਾਂ ਨੂੰ ਬਹੁਤੀ ਦੇਰ ਪਕਾਉਣਾ ਹੀ ਨਹੀਂ। ਇਹ ਫਿਰ ਦਮ ਦੇ ਵਿੱਚ ਜਦੋਂ ਬਹੁਤ ਸੋਹਣੇ ਆਉਂਦੇ ਆ ਨਾ ਫਿਰ ਉਦੋਂ ਹੋ ਜਾਣਾ ਵਾ। ਹੁਣ ਹੋ ਗਿਆ ਆਪਣਾ ਕੋਰਮਾ ਬਿਲਕੁਲ ਰੈਡੀ। ਬਸ ਆਪਾਂ ਹੁਣ ਇਹਨੂੰ ਰੱਖ ਦੇਣਾ ਵਾ ਕੋਰਮੇ ਨੂੰ ਬਸ ਇੱਦਾਂ ਹੀ ਰੱਖ ਦਾਂਗੇ। ਦੁਪਹਿਰ ਦਾ ਟਾਈਮ ਆ, ਮੈਂ ਰੋਜ਼ੇ ਦੇ ਨਾਲ ਸੀਗੀ। ਮੈਂ ਕਿਹਾ ਸੁਬਾਹ ਮੈਂ ਕੋਰਮਾ ਬਣਾ ਲੈਂਦੀ ਹਾਂ, ਸ਼ਾਮ ਨੂੰ ਫਿਰ ਚਾਵਲ ਬੋਇਲ ਕਰਕੇ ਜਲਦੀ ਨਾਲ ਬਿਰਯਾਨੀ ਬਣਾ ਲੂੰਗੀ। ਤੇ ਇਹਨੂੰ ਢੱਕ ਕੇ ਰੱਖਾਂਗੇ। ਚਾਵਲ ਮੈਂ ਬਾਸਮਤੀ ਆਮ ਜਿਹੜੀ ਕੱਚੀ ਸੇਲਾ ਹੁੰਦੀ, ਸੇਲਾ ਨਹੀਂ ਆਮ ਬਾਸਮਤੀ ਚਾਵਲ ਜਿਹੜੇ ਹੁੰਦੇ ਆ, ਮੈਂ ਉਹਨੂੰ ਭਿੰਤੇ ਸੀ ਅੱਧਾ ਕੁ ਘੰਟਾ ਕਿ ਉਹਨੂੰ ਬੜੀ ਸਾਰੀ ਕੜਾਈ ਦੇ ਵਿੱਚ ਪਾਣੀ ਪਾ ਕੇ ਉਹਨੂੰ ਫਿਰ ਉਬਲਣੇ ਜਾਤੀ ਰੱਖ ਦਿੱਤਾ ਸੀਗਾ। ਫਿਰ ਜਾਤੀ ਚਾਵਲ ਉਬਲ ਆ ਦੇਖੋ ਬਹੁਤੀ ਤੇਜ਼ ਅੱਗ ਤੇ ਚਾਵਲ ਨਾ ਬੋਇਲ ਕਰਿਆ ਕਰੋ, ਫਿਰ ਉਹ ਚਾਵਲ ਟੁੱਟ ਜਾਂਦੇ। ਜਿੰਨੀ ਹਲਕੀ ਅੱਗ ਤੇ ਚਾਵਲ ਬੋਇਲ
ਬੋਇਲ ਕਰੂੰਗੀ ਉਨੇ ਲੰਮੇ ਲੰਮੇ ਬਣਦੇ। ਚਾਵਲ ਆ ਦੇਖੋ ਮੈਂ ਰੱਖੇ ਹੋਏ ਸੀ ਬੜੀ ਸਾਰੀ ਖੁੱਲਾ ਜਿਹਾ ਪਾਣੀ ਪਾ ਕੇ ਤੇ 4-5 ਕਿਲੋ ਪਾਣੀ ਪਾ ਕੇ ਨਾ ਫਿਰ ਮੈਂ ਚਾਵਲ ਰੱਖੇ ਸੀਗੇ। ਇਹ ਬੋਇਲ ਹੋਏ, ਜਦੋਂ ਇੱਕ ਕਣੀ ਇਹਦੇ ਵਿੱਚ ਰਹਿ ਜਵੇ ਨਾ ਤੇ ਫਿਰ ਆ ਮੈਂ ਕੋਰਮਾ ਦੁਬਾਰਾ ਮੈਂ ਤਵੇ ਦੇ ਉੱਤੇ ਰੱਖ ਦਿੱਤਾ ਸੀ। ਮੈਂ ਕਿਹਾ ਥੋੜਾ ਜਿਹਾ ਗਰਮ ਹੋ ਜਵੇ, ਉਹਦੇ ਵਿੱਚ ਪਾ ਦੇਵਾਂਗੇ ਚਾਵਲ। ਇਦਾਂ ਕਰਕੇ ਵਿੱਚੋਂ ਛੈਲੀ ਦੇ ਨਾਲ ਕੱਢ ਕੇ ਚਾਵਲ ਉਹਦੇ ਵਿੱਚ ਪਾਈ ਜਾਣੇ ਆ। ਟਿਪ ਮੈਂ ਆ ਤੁਹਾਨੂੰ ਦਊਂਗੀ। ਚਾਵਲ ਜ਼ਿਆਦਾ ਦੇਰ ਬਾਜ਼ ਲੋਕ ਇਦਾਂ ਬਣਾਉਂਦੇ ਆ ਕਿ ਚਾਵਲ ਕੱਢ ਕੇ ਉਹਨੂੰ ਭੁੰਨ ਕੇ ਨਾ ਇੱਕ ਪਾਸੇ ਛਾਣਨੇ 'ਚ ਰੱਖੀ ਰੱਖਦੇ ਫਿਰ ਕੋਰਮਨ ਲੱਗ ਜਾਂਦੀਆਂ ਆ ਜਾਤੀ ਚਾਵਲ। ਕਦੀ ਠੰਡੇ ਤੱਤੇ ਹੋ ਕੇ ਚਾਵਲ ਟੁੱਟ ਜਾਂਦੇ। ਹਮੇਸ਼ਾ ਬਿਰਿਆਨੀ ਇਦਾਂ ਟੁੱਟਦੀ ਹੈ, ਚਾਵਲ ਬਿਰਿਆਨੀ ਦੇ ਇਦਾਂ ਟੁੱਟਦੇ। ਚਾਵਲ ਕੋਰਮਾ ਪਹਿਲੇ ਬਣਾਇਆ ਕਰੋ, ਚਾਵਲ ਜਿਹੜੇ ਆ ਨਾ ਬਾਅਦ 'ਚ ਭੇਂ ਕੇ ਉਹਨੂੰ ਬਾਅਦ 'ਚ ਬੋਇਲ ਕਰਿਆ ਕਰੋ। ਇਹਦੇ ਨਾਲ ਤੁਸੀਂ ਇੱਕ ਵਾਰੀ ਮੇਰੇ ਇਸ ਤਰੀਕੇ ਨਾਲ ਬਣਾ ਕੇ ਦੇਖੋ, ਤੁਹਾਡੀ ਬਿਰਿਆਨੀ ਇਦਾਂ ਦੀ ਖਿਲੀ ਇੰਨੀ ਖੂਬਸੂਰਤ ਬਣਨੀ ਹੈ ਨਾ, ਤੁਸੀਂ ਖੁਦ ਹੀ ਹੈਰਾਨ ਰਹਿ ਜਾਣਾ, ਇੰਨੀ ਸੋਹਣੀ ਬਿਰਿਆਨੀ ਬਣੀ। ਮੈਂ ਇਹਦੀ ਤਹਿ ਲਾਤੀ, ਨੀਚੇ ਸਾਰਾ ਹੀ ਗੋਸ਼ਤ ਸੀਗਾ। ਮੇਰੇ ਕੋਲ ਗਲਤੀ ਇਹ ਹੋਈ ਆ ਜਿਹੜਾ ਥੋੜਾ ਜਿਹਾ ਮੈਂ ਨਾ ਆ ਪਾਉਂਦੀ ਹੁੰਦੀ ਹੈ ਬੋਟੀਆਂ ਦੇ ਉੱਤੇ, ਇਹਦਾ ਰੰਗ ਜਿਹੜਾ ਮੈਂ ਔਰੇਂਜ ਔਰ ਰੈੱਡ ਕਲਰ ਮਿਕਸ ਕੀਤਾ। ਤੁਹਾਡੇ ਕੋਲ ਔਰੇਂਜ ਆ ਉਹੀ ਪਾ ਲਓ, ਲੇਕਿਨ ਇਹਨਾਂ ਥੋੜਾ ਜਿਹਾ ਸੋਹਣਾ ਜਿਹਾ ਸ਼ੋਕ ਜਿਹਾ ਕਲਰ ਆ ਜਾਂਦਾ। ਆਲੂ ਬੋਇਲ ਕਰਕੇ ਮੈਂ ਅਲੱਗ ਹੀ ਰੱਖੇ ਸੀ, ਉਹਨਾਂ ਨੂੰ ਵੀ ਥੋੜਾ ਜਿਹਾ ਦਿੱਤਾ ਸੀਗਾ ਔਰੇਂਜ ਕਲਰ। ਤਾਂ ਉਹਦੇ ਵਿੱਚ ਪਾਏ ਸਾਰੀ ਚਾਵਲ ਪਾ ਕੇ ਤਾਂ ਉਹਦੇ ਉੱਤੇ ਮੈਂ ਧਨੀਆ ਥੋੜਾ ਜਿਹਾ ਸੁੱਟਿਆ, ਥੋੜਾ ਜਿਹਾ ਮੈਂ ਆਲੂ ਪਾਏ ਉਹਦੇ ਉੱਤੇ ਪਾ ਕੇ। ਇੱਕ ਪੈਕਟ 'ਚ ਥੋੜਾ ਜਿਹਾ ਬਿਰਿਆਨੀ ਮਸਾਲਾ ਜਿਹੜਾ ਬਚਿਆ ਸੀ ਉਹ ਉੱਤੇ ਥੋੜਾ ਜਿਹਾ ਖਿਲਾਰ ਕੇ ਤਾਂ ਫਿਰ ਰੰਗ ਡੋਲ ਕੇ ਤੇ ਚੱਲ ਪਈ ਆ। ਹੁਣ ਦਮ ਤੇ ਲਾਤੀ, ਦਮ ਤਕਰੀਬਨ ਹੋ ਗਿਆ ਸੀਗਾ। ਮਾਸ਼ਾਅੱਲਾ ਬਹੁਤ ਸੋਹਣਾ ਜਿਹਾ 15 ਮਿੰਟ ਦੇ ਵਿੱਚ ਦਮ ਹੋ ਗਿਆ ਸੀ। ਬਹੁਤ ਸੋਹਣੀ ਬਿਰਿਆਨੀ ਸਾਡੀ ਤਿਆਰ ਹੋ ਗਈ ਸੀ। ਹੁਣ ਮੈਂ ਢੱਕ ਚੱਕਿਆ ਤਾਂ ਖੁਸ਼ਬੂਆਂ ਸਾਰੇ ਘਰ ਦੇ ਵਿੱਚ, ਸਾਰਿਆਂ ਦੇ ਰੋਜ਼ੇ ਹੋਵੇ, ਇਫਤਾਰੀ ਦਾ ਟਾਈਮ ਹੋਵੇ ਤੇ ਮੂੰਹ ਦੇ ਵਿੱਚ ਪਾਣੀ ਕਿੱਦਾਂ ਨਾ। ਤਾਂ ਫਿਰ ਜੁਮੇ ਦੀ ਬਿਰਿਆਨੀ, ਜੁਮੇ ਦਾ ਬਿਰਿਆਨੀ ਮੈਂ ਕਹੂੰਗੀ। ਅੱਜ ਜੁਮਾ ਆ ਪਰ ਬਣੀ ਕੱਲ ਜੁਮੇ ਰਾਤ ਨੂੰ ਸੀਗੀ, ਪਰ ਰਾਤ ਆ ਗਈ ਨਾ ਜੁਮੇ ਦੀ, ਤੇ ਜੁਮਾ ਬਿਰਿਆਨੀ ਦਾ ਮੈਂ ਨਾਮ ਦਊਂਗੀ ਕਿਉਂਕਿ ਜੁਮੇ ਵਾਲੇ ਦਿਨ ਬਿਰਿਆਨੀ ਬੜੀ ਸੋਹਣੀ ਬਣਦੀ ਆ। ਔਰ ਸਾਰਿਆਂ ਨੂੰ ਇੰਤਜ਼ਾਰ ਹੁੰਦਾ ਕਿ ਅੱਜ ਬਿਰਿਆਨੀ ਹੀ ਬਣਨੀ ਆ। ਇੰਨੀ ਸੋਹਣੀ ਬਿਰਿਆਨੀ ਸਾਡੀ ਬਣ ਕੇ ਤਿਆਰ ਹੋ ਗਈ ਆ, ਇੰਨੇ ਅੱਛੇ ਤਰੀਕੇ ਨਾਲ। ਆ ਦੇਖੋ ਤੁਹਾਡੇ ਸਾਹਮਣੇ ਹੀ ਖਾਸ ਮਸਾਲੇ ਪਾਏ ਤਾਂ ਕੋਈ ਇਹਦੇ ਵਿੱਚ ਮੈਂ ਇਦਾਂ ਦੀਆਂ ਚੀਜ਼ਾਂ ਨਹੀਂ ਪਾਈਆਂ। ਕੋਈ ਪਹਿਲੇ ਲੂਣ ਲਾ ਕੇ ਰੱਖ ਲਓ ਮਸਾਲਿਆਂ ਨੂੰ, ਗੋਸ਼ਤ ਨੂੰ, ਕੋਈ ਕੁਛ ਕਰ ਲਓ, ਕੋਈ ਕੁਛ ਨਹੀਂ। ਹਮੇਸ਼ਾ ਮੈਂ ਇਦਾਂ ਹੀ ਬਿਰਿਆਨੀ ਬਣਾਉਂਦੀ ਆ, ਚਟਕੀ ਪਟਕੀ ਬਣ ਜਾਂਦੀ ਆ। ਉਹ ਸਾਰੀਆਂ ਮੇਰੀਆਂ ਬੇਟੀਆਂ, ਭੈਣਾਂ, ਹੋਰ ਵੀ ਮੇਰੀਆਂ ਸਟੂਡੈਂਟ ਇਦਾਂ ਦੀਆਂ ਜਿਹੜੀਆਂ ਮੈਨੂੰ ਕਹਿੰਦੀਆਂ ਸੀ ਬਾਜੀ ਆਪਣੇ ਤਰੀਕੇ ਵਾਲੀ ਬਿਰਿਆਨੀ ਸਾਨੂੰ ਦੱਸਿਓ, ਤਾਂ ਉਹਨਾਂ ਲਈ ਮੈਂ ਅੱਜ ਬਿਰਿਆਨੀ ਬਣਾਈ ਆ। ਉਮੀਦ ਕਰੂੰਗੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਊਗੀ। ਆ ਜਿਹੜਾ ਰੰਗ ਥੋੜਾ ਜਿਹਾ ਬੋਟੀਆਂ ਦੇ ਉੱਤੇ ਲਾਜ਼ਮੀ ਪਾਇਆ ਕਰੋ, ਇਹ ਮੈਂ ਬਸ ਕਰਨਾ ਭੁੱਲ ਗਈ ਸੀ। ਬੋਟੀ ਫਿਰ ਬੜੀ ਸੋਹਣੇ ਰੰਗ ਵਾਲੀ ਆਲੂਆਂ ਦਾ ਜਿੱਦਾਂ ਰੰਗ ਉਦਾਂ ਦੀ ਰੰਗ ਦੀ ਬੋਟੀ ਵੀ ਆਉਂਦੀ। ਕਰਾਚੀ ਬਿਰਿਆਨੀ ਇਦਾਂ ਦੀ ਹੁੰਦੀ ਜੀ, ਸ਼ੌਕ ਜੀ, ਸੋਹਣੀ ਜੀ, ਮਜ਼ੇਦਾਰ ਕਰਾਰੀ। ਅਲਹਮਦੁਲਿਲਾ ਅੱਜ ਕੱਲ੍ਹ ਤਾਂ ਰੋਜ਼ੇ ਚੱਲਣ ਡਏ, ਰੋਜ਼ੇ ਦੀ ਦੁਆ ਜ਼ਰੂਰ ਪੜ੍ਹ ਕੇ ਰੋਜ਼ਾ ਖੋਲਿਆ ਕਰੋ। ਵੈਸੇ ਵੀ ਰੋਜ਼ਿਆਂ ਤੋਂ ਬਗੈਰ ਵੀ ਬਿਸਮਿਲ੍ਲਾ ਤੋਂ ਬਗੈਰ ਖਾਣਾ ਨਾ ਖਾਇਆ ਕਰੋ, ਬਿਸਮਿਲ੍ਲਾ ਪੜ੍ਹ ਕੇ ਖਾਣਾ ਖਾਇਆ ਕਰੋ ਤਾਂ ਅੱਲਾਹ ਤਾਲਾ ਦੀ ਮਦਦ ਵੀ ਸ਼ਾਮਿਲ ਹੋ ਜਾਂਦੀ ਆ ਔਰ ਸ਼ੈਤਾਨ ਵੀ ਦੂਰ ਨੱਠ ਜਾਂਦਾ ਹੈ। ਅਸੀਂ ਦੁਆ ਪੜ੍ਹ ਕੇ ਜਾਂ ਬਿਸਮਿਲ੍ਲਾ ਪੜ੍ਹ ਕੇ ਖਾਣਾ ਨਹੀਂ ਖਾਂਦੇ ਤਾਂ ਸ਼ੈਤਾਨ ਪੂਰਾ ਖਾਣਾ ਆਪਣੇ ਨਾਲ ਹੀ ਖਾਂਦਾ ਆ ਔਰ ਉਹਨੂੰ ਉਨੀ ਤਾਕਤ ਮਿਲ ਜਾਂਦੀ ਹੈ ਕਿ ਆਪਾਂ ਨੂੰ ਉਹ ਨਮਾਜ਼ ਤੋਂ, ਕੁਰਾਨ ਤੋਂ ਰੋਕਣ ਦਾ ਪੂਰਾ ਵੀ ਜ਼ੋਰ ਲਾਉਂਦਾ ਹੈ। ਤੇ ਇਸ ਲਈ ਬਿਸਮਿਲ੍ਲਾ ਤੋਂ ਬਗੈਰ ਖਾਣਾ ਕਦੀ ਨਾ ਖਾਇਆ ਕਰੋ। ਤਾਂ ਅੱਜ ਬਿਰਿਆਨੀ ਬਣ ਕੇ ਤਿਆਰ ਹੋ ਗਈ। ਮੈਨੂੰ ਜ਼ਰੂਰ ਦੱਸਿਓ, ਕਮੈਂਟ ਕਰਿਓ ਕਿ ਤੁਹਾਨੂੰ ਮੇਰੀ ਬਿਰਿਆਨੀ ਦਾ ਤਰੀਕਾ ਕਿੱਦਾਂ ਦਾ ਲੱਗਾ। ਉਮੀਦ ਕਰੂੰਗੀ ਤੁਹਾਨੂੰ ਪਸੰਦ ਆਊਗਾ ਔਰ ਜ਼ਰੂਰ ਦੱਸਿਆ ਕਰੋ ਕਿ ਕਿੱਥੇ ਕਿਹੜੇ ਮੁਲਕ 'ਚੋਂ, ਕਿਹੜੇ ਸ਼ਹਿਰ 'ਚ ਮੈਨੂੰ ਦੇਖਦੇ ਆ। ਸੋਹਣੇ ਕਮੈਂਟ ਕਰਿਆ ਕਰੋ, ਸੜੇ ਕਮੈਂਟ ਨਾ ਕਰਿਆ ਕਰੋ। ਬੜੀ ਖੁਸ਼ੀ ਹੁੰਦੀ ਹੈ ਤੁਹਾਡੇ ਕਮੈਂਟ ਮੈਂ ਪੜ੍ਹਦੀ ਹਾਂ, ਉਹਨਾਂ ਦੇ ਰਿਪਲਾਈ ਵੀ ਮੈਂ ਦਿੰਦੀ ਸਾਰਿਆਂ ਨੂੰ। ਆਪਣਾ ਖਿਆਲ ਰੱਖਿਓ, ਦੁਆਵਾਂ 'ਚ ਯਾਦ ਰੱਖਿਓ। ਤਾਂ ਬਹੁਤ ਸਾਰਾ ਤਾਂ ਮੈਨੂੰ ਇਜਾਜ਼ਤ ਦਿਓ। ਅਸਲਾਮ ਅਲੈਕੁਮ ਵਰਹਿਮਤੁல்லாਹਿ ਵਬਰਕਾਤੁਹ।